ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸ਼੍ਰੋਮਣੀ ਭਗਤ ਰਵਿਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਗੁਰੂ ਚਰਨਾਂ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਕੋਈ ਨਹੀਂ ਘੱਟ ਹੀ ਰੱਖੋ ਆਵਾਜ਼ ਭਾਵੇਂ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਧੇ ਕੁ ਘੰਟੇ ਦਾ ਸਮਾਂ ਹੈ ਤੇ ਬਾਬਾ ਰਵਿਦਾਸ ਸਾਹਿਬ ਜੀ ਦੀ ਜਿਹੜੀ ਜੀਵਨੀ ਆ ਉਹ ਬਹੁਤ ਵੱਡੀ ਹੈ, ਇੱਕ ਸਮੁੰਦਰ ਦੇ ਵਾਂਗੂ ਆ। ਆਪ ਸੰਗਤਾਂ ਕੋਸ਼ਿਸ਼ ਕਰੋ ਤੇ ਭਾਈ ਆਪਣੇ ਬੱਚਿਆਂ ਨੂੰ ਚੁੱਪ ਕਰਾਓ ਤਾਂ ਕਿ ਤੁਹਾਨੂੰ ਕੋਈ ਗੱਲ ਸਮਝ ਦੇ ਵਿੱਚ ਆ ਸਕੇ। ਬਾਬਾ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਸ਼ਬਦ ਹਨ। ਬਾਬਾ ਰਵਿਦਾਸ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟੋਟਲ 40 ਸ਼ਬਦ ਹਨ। ਉਹਨਾਂ ਦੇ ਵਿੱਚੋਂ ਜੇ ਅਸੀਂ ਰੋਜ਼ ਇੱਕ ਸ਼ਬਦ ਦੀ ਵੀ ਕਥਾ ਵਿਚਾਰ ਕਰੀਏ ਤੇ ਲਗਾਤਾਰ ਸਵਾ ਮਹੀਨਾ ਉਹਨਾਂ ਦੀ ਬਾਣੀ ਦੀ ਵਿਚਾਰ ਅਸੀਂ ਕਰ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ ਜਿਹੜੀਆਂ ਉਹਨਾਂ ਦੀਆਂ ਸਾਖੀਆਂ ਨੇ ਉਹ ਤੇ ਬਹੁਤ ਮਹਾਨ ਨੇ। ਬਾਬਾ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਹ ਲਗਭਗ ਹਫ਼ਤਾ ਕੁ ਪਹਿਲਾਂ, ਇੱਕ ਹਫ਼ਤਾ ਪਹਿਲਾਂ ਆਪਣੇ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਉਹਨਾਂ ਦਾ ਮੈਂ ਰੋਜ਼ ਦਾ ਇੱਕ ਸ਼ਬਦ ਗਾਉਣਾ ਸ਼ੁਰੂ ਕੀਤਾ ਸੀ। ਜਦੋਂ ਸ਼ਾਮ ਨੂੰ ਸਮਾਪਤੀ ਕਰੀਦੀ ਹੈ ਨਾ 7:15 ਵਜੇ, ਉਦੋਂ ਮੇਰੇ ਮਨ ਵਿੱਚ ਖਿਆਲ ਆਇਆ ਵੀ ਭਗਤ ਸਾਹਿਬ ਜੀ ਦੀ ਬਾਣੀ ਗਾਈਏ। ਤੇ ਰੋਜ਼ ਦਾ ਅਸੀਂ ਇੱਕ ਸ਼ਬਦ ਗਾਉਂਦੇ ਰਹੇ ਹਾਂ, ਨਾਲੇ ਪਰਿਕਰਮਾ ਕਰਨੀ, ਨਾਲੇ ਸੰਗਤ ਨੇ ਉਹਨਾਂ ਸ਼ਬਦਾਂ ਨੂੰ ਪਿੱਛੇ ਪਿੱਛੇ ਬੋਲਣਾ। ਹੁਣ ਇੰਨਾ ਸਮਾਂ ਨਹੀਂ ਹੈ ਵੀ ਮੈਂ ਤੁਹਾਨੂੰ ਬਾਬਾ ਜੀ ਦੀ ਬਾਣੀ ਦੇ ਬਾਰੇ ਕੁਝ ਦੱਸ ਸਕਾਂ। ਬਾਬਾ ਰਵਿਦਾਸ ਸਾਹਿਬ ਜੀ ਦੇ ਇਤਿਹਾਸ ਦੇ ਬਾਰੇ ਮੈਂ ਆਪ ਸੰਗਤਾਂ ਨੂੰ ਇੱਕ ਗਾਥਾ, ਇੱਕ ਸਾਖੀ ਆਪ ਸੰਗਤ ਦੇ ਸਾਹਮਣੇ ਰੱਖਦਾ ਹਾਂ। ਉਹ ਆਪ ਸੰਗਤਾਂ ਸਰਵਣ ਕਰੋ। ਇਹ ਗੁਰੂ ਪਿਆਰਿਓ ਕਾਂਛੀ ਦੀ ਸਾਖੀ ਹੈ। ਨਾਗਰ ਮੱਲ ਨੇ ਇੱਕ ਦਿਨ ਸ਼ਾਮ ਵੇਲੇ ਹੈ ਸੀ ਖਾਸ ਦਰਬਾਰ ਲਗਾਇਆ ਹੋਇਆ। ਰਾਜੇ ਵੇਖਿਆ ਇੱਕ ਦਰਬਾਨ ਤਾਈਂ ਨੱਠਾ ਆ ਰਿਹਾ ਅਤੇ ਘਬਰਾਇਆ ਹੋਇਆ। ਨਾਗਰ ਮੱਲ ਦਾ ਦਰਬਾਰ ਲੱਗਾ ਹੋਇਆ ਵਾ। ਉਸ ਦਰਬਾਰ ਦੇ ਵਿੱਚ ਇੱਕ ਛੇਤੀ ਭੱਜਾ ਇੱਕ ਦਰਬਾਨ ਆਇਆ ਵਾ। ਦਰਬਾਨ ਦਾ ਅਰਥ ਹੁੰਦਾ ਵਾ ਪਹਿਰੇਦਾਰ। ਆਉਂਦੇ ਹੀ ਕਹਿਣ ਲੱਗਾ, ਮੇਰੇ ਅੰਨਦਾਤਾ, ਕੁਝ ਬੰਦੇ ਦਰਵਾਜ਼ੇ ਤੇ ਖੜੇ ਹੋਏ ਆ, ਹੱਥੀਂ ਗੜਵੀਆਂ ਤੇ ਮੱਥੇ ਤਿਲਕ ਲਾਏ, ਇਉਂ ਜਾਪਦਾ ਕਿਸੇ ਨਾਲ ਲੜੇ ਹੋਏ ਆ। ਜਿਹੜੇ ਬੰਦੇ ਆਏ ਨੇ ਦਰਬਾਰ ਦੇ ਵਿੱਚ, ਹਰ ਇੱਕ ਦੀ 2-2 ਗਿੱਠ ਬੋਦੀ, ਅੱਖਾਂ ਲਾਲ ਸੂਈਆਂ, ਗੁੱਸੇ ਚੜੇ ਹੋਏ ਆ, ਟਿੰਡਾਂ ਰਗੜੀਆਂ ਤੌੜੀਆਂ ਵਾਂਗ ਚਮਕਣ, ਜਾਪੋ ਇੱਕ ਉਸਤਾਦ ਦੇ ਘੜੇ ਹੋਏ ਆ। ਨਾਗਰ ਮੱਲ ਜੀ, ਰਾਜਾ ਜੀ, ਰਾਜਾ ਵਾ ਕਾਂਛੀ ਦਾ, ਉਹਦਾ ਆਣ ਕੇ ਜਿਹੜਾ ਦਰਬਾਨ ਹੈ ਨਾ, ਜਿਹੜਾ ਪਹਿਰੇਦਾਰ, ਉਹ ਦੱਸਦਾ ਵਾ ਜੀ ਤੁਹਾਨੂੰ ਮਿਲਣ ਵਾਸਤੇ ਬਾਹਰ ਕੁਝ ਬੰਦੇ ਆਏ ਹੋਏ ਆ। ਇੱਦਾਂ ਦਾ ਉਹਨਾਂ ਦੀ ਵੇਸ਼ ਭੂਸ਼ਾ ਵਾ, ਉਹਨਾਂ ਦੇ ਚਿਹਰੇ, ਉਹ ਇੱਦਾਂ ਦੇ ਲੋਕ ਆ। ਹੋਵੇ ਆਗਿਆ ਤੇ ਅੰਦਰ ਲੈ ਆਵਾਂ, ਜੇ ਤੁਸੀਂ ਹੁਕਮ ਕਰੋ। ਤੇ ਉਹ ਜਿਹੜੇ ਬੰਦੇ ਇਕੱਠੇ ਹੋ ਕੇ ਆਏ ਆ, ਤੇ ਰਾਜਾ ਜੀ ਮੈਂ ਬਾਬਾ ਰਵਿਦਾਸ ਜੀ ਦਾ ਇਤਿਹਾਸ, ਉਹਨਾਂ ਦੀ ਸਾਖੀ ਆ ਕਵਿਤਾ 'ਚ, ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਸਾਰਾ ਮੈਟਰ ਆ।
ਬਾਬਾ ਰਵਿਦਾਸ ਜੀ ਦੇ ਬਾਰੇ ਅਨੇਕਾਂ ਹੀ ਵਿਦਵਾਨਾਂ ਨੇ, ਕਵੀਆਂ ਨੇ ਬੜਾ ਕੁਝ ਲਿਖਿਆ। ਤਾਂ ਸਾਧ ਸੰਗਤ ਜੀ, ਉਹ ਪਹਿਰੇਦਾਰ ਆਪਣੇ ਰਾਜੇ ਨੂੰ ਪੁੱਛਦਾ, ਜੀ ਹੋਵੇ ਆਗਿਆ ਤੇ ਅੰਦਰ ਲੈ ਆਵਾਂ, ਰਾਮ ਰਾਮ ਪੈ ਬਾਹਰ ਅਲਾਪਦੇ ਆ, ਤਿਲਕਾਂ ਜਿਹੜੇ ਤਿਲਕ ਲਾਏ ਆ, ਤਿਲਕਾਂ ਧੋਤੀਆਂ ਗੜਵੀਆਂ ਬੋਦੀਆਂ ਤੋਂ ਮੈਨੂੰ ਸਭ ਬੰਦੇ ਬਾਹਮਣ ਜਾਪਦੇ ਆ। ਉਹਨਾਂ ਦੇ ਜਿਹੜੇ ਚੇਨੇ ਆ ਨਾ, ਇੱਦਾਂ ਲੱਗਦਾ ਵੀ ਉਹ ਸਾਰੇ ਬ੍ਰਾਹਮਣ ਆ। ਉਹ ਆਏ ਆ ਜੀ ਦਰਬਾਰ ਦੇ ਅੱਗੇ। ਮਿਲ ਗਈ ਆਗਿਆ, ਰਾਜੇ ਦਾ ਹੁਕਮ ਹੋਇਆ, ਖੜ ਗਏ ਆ ਕੇ ਸਰੇ ਦਰਬਾਰ ਪੰਡਤ। ਰਾਜਾ ਕਹਿਣ ਲੱਗਾ ਲਿਓ। ਆ ਗਏ ਰਾਜੇ ਨਾਗਰਮਲ ਦੇ ਦਰਬਾਰ 'ਚ। ਬਹਿ ਗਏ ਆਣ ਕੇ ਨਾਨਕਾ ਮੇਲ ਵਾਂਗੂ, ਕੋਈ ਹੋਣਗੇ 100 ਤੇ 4 ਪੰਡਤ। 104 ਦੀ ਗਿਣਤੀ ਆ ਉਹਨਾਂ ਦੀ। ਪਾਰੇ ਚੜ੍ਹੇ ਹੋਏ ਸਿਖਰ ਤੇ ਸਾਰਿਆਂ ਦੇ। ਪਾਰਾ ਚੜ੍ਹ ਜਾਣਾ, ਜਿਵੇਂ ਟੈਂਪਰੇਚਰ ਹਾਈ ਹੋ ਜਾਂਦਾ ਨਾ, ਬੜੇ ਗੁੱਸੇ ਦੇ ਵਿੱਚ ਆ ਸਾਰੇ। ਉਹ ਪਾਰੇ ਚੜ੍ਹੇ ਹੋਏ ਸਿਖਰ ਤੇ ਸਾਰਿਆਂ ਦੇ, ਸਾਰੇ ਈਰਖਾ ਨਾਲ ਬਿਮਾਰ ਪੰਡਤ। ਈਰਖਾ ਕਿ ਬਾਬਾ ਰਵਿਦਾਸ ਜੀ ਨਾਲ ਕਰਦੇ ਉਹ ਪੰਡਤ, ਉੱਚੀ ਜਾਤ ਵਾਲੇ। ਈਰਖਾ, ਦਵੈਸ਼, ਨਫ਼ਰਤ, ਕੀਨਾ, ਸਾੜਾ, ਪਰਾਈ ਤਾਤ, ਜੈਲਸੀ ਨਾਲ ਭਰੇ ਹੋਏ ਆ ਸਾਰੇ ਪੰਡਤ। 104 ਦੀ ਗਿਣਤੀ ਆ। ਪਾਰੇ ਚੜ੍ਹੇ ਹੋਏ ਸਿਖਰ ਤੇ ਸਾਰਿਆਂ ਦੇ, ਸਾਰੇ ਈਰਖਾ ਨਾਲ ਬਿਮਾਰ ਪੰਡਤ, ਪਰਸਰਾਮ ਦਾ ਧਾਰ ਕੇ ਰੂਪ ਮਾਨੋ, ਲੜਨ ਵਾਸਤੇ ਜਾਪਣ ਤਿਆਰ ਪੰਡਤ। ਨਫ਼ਰਤ ਨਾਲ ਹੋਇਆ ਹਰ ਇੱਕ ਦਿਲ ਕਾਲਾ। ਇਹ ਨਫ਼ਰਤ ਕਰਦੇ ਆ। ਬਾਹਰੋਂ ਵੇਖਣ ਨੂੰ ਬੇਸ਼ੱਕ ਚਿੱਟੇ ਆ, ਜਿਹੜੇ ਬ੍ਰਾਹਮਣ ਲੋਕ ਆ ਨਾ, ਬਾਹਰੋਂ ਵੇਖਣ ਨੂੰ ਬੇਸ਼ੱਕ ਚਿੱਟੇ ਆ, ਪਰ ਅੰਦਰੋਂ ਜਿਹੜਾ ਇਹਨਾਂ ਦਾ ਦਿਲ ਆ ਨਾ, ਉਹ ਰਾਜਾ ਸਾਹਿਬ ਜੀ ਨਫ਼ਰਤ ਦੇ ਨਾਲ ਕਾਲਾ ਹੋਇਆ ਪਿਆ ਵਾ। ਬਾਹਰੋਂ ਚਿੱਟੇ ਆ, ਅੰਦਰੋਂ ਕਾਲੇ ਆ। ਨਫ਼ਰਤ ਨਾਲ ਹੋਇਆ ਹਰ ਇੱਕ ਦਿਲ ਕਾਲਾ, ਉੱਤੋਂ ਸਭ ਸ਼ਕਲਾਂ ਭਾਵੇਂ ਬੱਗੀਆਂ ਨੇ। ਜਦੋਂ ਗੋਗੜਾਂ ਦੇ ਉੱਤੇ ਨਿਗਾਹ ਮਾਰੋ, ਜਾਪਣ ਬੋਰਿਆਂ ਨੂੰ ਲੱਤਾਂ ਲੱਗੀਆਂ ਨੇ। ਵਿਹਲੇ ਰਹਿੰਦੇ ਆ, ਕੰਮ ਕੋਈ ਨਹੀਂ ਕਰਦੇ। ਜਿਹੜੇ ਮਿਹਨਤ ਮਜ਼ਦੂਰ ਕਰਨ ਵਾਲੇ ਆ, ਉਹਨਾਂ ਦਾ ਤੇ ਸਰੀਰ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਦਾ ਹੋਣਾ, ਪਰ ਇਹ ਵਿਹਲੇ ਰਹਿੰਦੇ ਆ। ਜਿਹੜਾ ਪੰਡਤ ਸੀ, ਇਹ ਸਾਧ ਸੰਗਤ ਜੀ 6 ਕੰਮ ਕਰਦਾ ਸੀ, ਜਿਹਨੂੰ ਖੱਟ ਕਰਮ ਕਹਿ ਦਿੰਦੇ ਆ। ਖੱਟ ਦਾ ਅਰਥ ਹੁੰਦਾ 6। 6 ਕੰਮ ਕਿਹੜੇ ਕਰਦਾ ਸੀ ਬ੍ਰਾਹਮਣ? ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ। ਇਹ ਜਿਹੜਾ ਅਖਤਿਆਰ ਸੀ ਸਿਰਫ ਪੰਡਤ ਦੇ ਕੋਲ ਸੀ। ਉਹਦਾ ਕੰਮ ਸੀ ਸਟੱਡੀ ਕਰਨਾ। ਸੰਸਕ੍ਰਿਤ ਪੜ੍ਹਨੀ, ਜਿਹੜੀ ਆਮ ਪਬਲਿਕ ਸੀ ਨਾ, ਉਹ ਨਹੀਂ ਸੀ ਪੜ੍ਹ ਸਕਦੀ। ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਹੀ ਹੈ ਨਹੀਂ ਸੀ। ਹਿੰਦੂ ਧਰਮ ਦੀਆਂ 27 ਸਿਮਰਤੀਆਂ ਹਨ। ਉਹਨਾਂ ਵਿੱਚੋਂ ਇੱਕ ਸਿਮਰਤੀ ਆ, ਉਹਦਾ ਨਾਮ ਆ ਮੰਨੂ ਸਿਮਰਤੀ। ਉਹਦੇ 'ਚ ਲਿਖਿਆ ਵੀ ਨੀਵੀਂ ਜਾਤ ਵਾਲੇ ਬੰਦੇ ਪੜ੍ਹ ਹੀ ਨਹੀਂ ਸਕਦੇ। ਇਹ ਤੇ ਕਿਰਪਾ ਕੀਤੀ ਆ ਸਾਧ ਸੰਗਤ ਜੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ। ਮੈਂ ਨਾ ਇੱਕ ਦਿਨ ਇਕੱਲੇ ਨਹੀਂ, ਉਹਨਾਂ ਦੇ ਸਾਰੇ ਜੀਵਨ ਦੇ ਉੱਤੇ ਬਣੀ ਹੋਈ ਇੱਕ ਸਵੈ ਜੀਵਨੀ ਦੇ ਉੱਤੇ ਇੱਕ ਮੂਵੀ ਦੇਖੀ ਆ, ਤੇ ਵੇਖ ਕੇ ਮੈਂ ਇੰਨਾ ਹੈਰਾਨ ਹੋਇਆ ਵੀ ਇੰਨਾ ਸਟਰਗਲ ਉਹਨਾਂ ਦੀ ਲਾਈਫ 'ਚ। ਡਾਕਟਰ ਭੀਮ ਰਾਓ ਅੰਬੇਦਕਰ ਜੀ, ਇਹ ਉਹਨਾਂ ਨੇ ਇੰਨੀ ਜ਼ਿਆਦਾ ਸਟੱਡੀ ਕੀਤੀ ਆ ਨਾ। ਤਾਂ ਸਾਧ ਸੰਗਤ ਜੀ ਅਜੇ ਸਕੂਲ ਦੇ ਵਿੱਚ ਪੜ੍ਹਦੇ ਹੀ ਸੀ ਜਦੋਂ ਉਹਨਾਂ ਦਾ ਵਿਆਹ ਹੋ ਗਿਆ। ਜਿਹੜੀ ਬੱਚੀ ਨਾਲ ਵਿਆਹ ਹੋਇਆ, ਉਹਦੇ ਮਾਤਾ ਪਿਤਾ ਹੈ ਨਹੀਂ ਸੀ। ਤੇ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪਿਤਾ ਸਾਹਿਬ ਸੀ ਨਾ, ਬਹੁਤ ਹੀ ਨੇਕ ਸੋਚਦੇ। ਉਦੋਂ ਲੋਕੀ ਪੜ੍ਹਦੇ ਨਹੀਂ ਸੀ ਹੁੰਦੇ, ਤੇ ਡਾਕਟਰ ਸਾਹਿਬ ਬਾਬਾ ਜੀ ਕਰਕੇ ਸਤਿਕਾਰ ਕਰਦੇ ਆਪਾਂ। ਤੇ ਉਸ ਸਮੇਂ ਦੇ ਵਿੱਚ ਉਹ ਹਾਇਰ ਐਜੂਕੇਟਿਡ, ਉਹਨਾਂ ਨੂੰ ਕਈ ਤਰ੍ਹਾਂ ਦੇ ਰਿਸ਼ਤੇ ਆਉਂਦੇ ਸੀ। ਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪਿਤਾ ਨੇ ਆਪਣੇ ਪੁੱਤਰ ਦਾ ਰਿਸ਼ਤਾ ਨਾ ਇੱਕ ਚੰਗੇ ਘਰਾਣੇ ਵਿੱਚ, ਬੜਾ ਅਮੀਰਾਂ ਦਾ ਘਰਾਣਾ ਸੀ, ਤੇ ਉਹਨਾਂ ਦੇ ਘਰ ਵਿੱਚ ਕਰ ਆਏ। ਬਾਅਦ 'ਚ ਉਹਨਾਂ ਨੂੰ ਪਤਾ ਚੱਲਿਆ
ਵੀ ਇਹ ਜਿਹੜੀ ਬੱਚੀ ਆ ਇਹ ਤੇ ਰਿਚ ਮੈਨ ਨੇ, ਇਹ ਤੇ ਅਮੀਰ ਲੋਕ ਆ, ਇਸ ਬੱਚੀ ਦਾ ਰਿਸ਼ਤਾ ਤੇ ਕਿਤੇ ਵੀ ਹੋ ਸਕਦਾ ਵਾ। ਜਦ ਇਹਨਾਂ ਨੂੰ ਪਤਾ ਲੱਗਾ ਵੀ ਇੱਕ ਬੇਟੀ ਆ ਜਿਹੜੀ ਅਨਾਥ ਆ, ਉਹਦੇ ਛੋਟੇ 2 ਭੈਣ ਭਰਾ ਹੋਰ ਆ, ਜੇ ਮੈਂ ਆਪਣੇ ਪੁੱਤਰ ਅੰਬੇਦਕਰ ਜੀ ਦਾ ਰਿਸ਼ਤਾ ਕਰਨਾ ਵਾ ਤੇ ਕਿਉਂ ਨਾ ਉਸ ਅਨਾਥ ਬੱਚੀ ਦੇ ਨਾਲ ਕਰਾਂ। ਅਮੀਰ ਘਰ ਚੋਂ ਰਿਸ਼ਤਾ ਤੋੜ ਕੇ ਇੱਕ ਗਰੀਬ ਘਰ 'ਚ ਕਰ ਦਿੱਤਾ। ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਨਾ ਇਹਨਾਂ ਦੇ ਘਰ ਆ ਗਏ, ਕਹਿਣ ਲੱਗੇ ਜੀ ਤੁਹਾਡੀ ਕੋਈ ਜ਼ੁਬਾਨ ਆ ਵੀ ਤੁਸੀਂ ਪਹਿਲਾਂ ਅਮੀਰਾਂ ਦੇ ਘਰ 'ਚ ਰਿਸ਼ਤਾ ਕੀਤਾ ਸੀ ਤੇ ਉੱਧਰੋਂ ਤੁਸੀਂ ਛੱਡ ਕੇ ਹੁਣ ਇੱਕ ਗਰੀਬਾਂ ਦੇ ਘਰ 'ਚ ਕਰ ਦਿੱਤਾ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪਿਤਾ ਨੇ ਕਿਹਾ ਮੈਂ ਸਾਰੀ ਪੰਚਾਇਤ ਦੇ ਕੋਲੋਂ ਮਾफ़ੀ ਮੰਗਦਾ, ਜੋ ਵੀ ਮੈਨੂੰ ਜੁਰਮਾਨਾ ਲਾਓ ਮੈਂ ਉਹ ਭਰਨ ਦੇ ਵਾਸਤੇ ਤਿਆਰ ਹਾਂ। ਸਾਰੀ ਕਹਾਣੀ ਦੱਸ ਦਿੱਤੀ ਵੀ ਮੈਂ ਚਾਹੁੰਦਾ ਵੀ ਜਿਹੜਾ ਮੇਰਾ ਬੇਟਾ ਵਾ ਨਾ ਉਹ ਕਿਸੇ ਅਨਾਥ ਬੱਚੀ ਦਾ ਸਹਾਰਾ ਬਣੇ। ਮੇਰਾ ਕਹਿਣ ਦਾ ਭਾਵ ਵੀ ਆਮ ਬੰਦੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਉਹ ਤੇ ਉਹਨਾਂ ਨੇ ਉਦਮ ਕੀਤਾ, ਇੰਨੀ ਜ਼ਿਆਦਾ ਮਿਹਨਤ ਕੀਤੀ। ਜਿਹੜੀ ਡਾਕਟਰ ਸਾਹਿਬ ਦੀ ਆਪਣੀ ਘਰ ਵਾਲੀ ਸੀ ਉਹ ਬਿਲਕੁਲ ਅਨਪੜ੍ਹ। ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾਏ, ਆਪਣੇ ਚਰਨ ਕਮਲ ਸਾਹਿਬ ਕਿਸੇ ਦਾ ਵਿਆਹ ਕਰਾਇਆ। ਉਹ ਸਾਡਾ ਜਿਹੜਾ ਸਿੰਘ ਹੁੰਦਾ ਉਹ ਰਜਿਸਟਰ ਲੈ ਕੇ ਫਿਰ ਉਹਦੇ 'ਤੇ ਸਾਈਨ ਕਰਵਾਉਂਦਾ ਵਾ, ਲੜਕੀ ਦੇ ਸਾਈਨ ਲੜਕੇ ਦੇ ਸਾਈਨ, ਦੋਵਾਂ ਦੇ ਪਿਤਾ ਦੇ ਸਾਈਨ ਲੜਕੀ ਲੜਕੇ ਦੇ, ਫਿਰ ਦੋਵਾਂ ਬੱਚੇ ਬੱਚੀ ਦੇ ਮਾਤਾ ਦੇ ਸਾਈਨ ਹੁੰਦੇ ਆ। ਉਹ ਜਦੋਂ ਰਜਿਸਟਰ ਲੈ ਕੇ ਮੇਰੇ ਕੋਲ ਆਇਆ, ਜਦੋਂ ਮੈਂ ਥੱਲੇ ਸਾਈਨ ਕਰਨੇ ਸੀ ਵੀ ਠੀਕ ਹੈ ਆਨੰਦ ਕਾਰਜ ਅਪਰੂਵਡ ਆ, ਓਕੇ ਹੋ ਗਿਆ ਸਾਰਾ, ਮੈਂ ਵੇਖ ਕੇ ਹੈਰਾਨ ਹੋ ਗਿਆ। ਅੱਜ ਦੀ ਤਰੀਕ ਵਿੱਚ 4 ਸਾਈਨ ਹੋਣੇ ਸੀ, ਉਹਨਾਂ ਦੇ ਵਿੱਚੋਂ 3 ਜਣਿਆਂ ਨੇ ਅੰਗੂਠਾ ਲਾਇਆ। 3 ਜਣਿਆਂ ਨੇ ਅੰਗੂਠਾ ਲਾਇਆ। ਉਹਨਾਂ ਨੂੰ ਮੈਂ ਸਮਝਾਇਆ, ਉਹ ਭਲਿਓ ਤੁਸੀਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਵੰਸ਼ਜ ਜੇ, ਤੁਹਾਡੇ ਉਹ ਵੱਡੇ ਵਡੇਰੇ ਜਿਹੜੇ ਸਭ ਤੋਂ ਜ਼ਿਆਦਾ ਪੜ੍ਹੇ ਤੇ ਤੁਸੀਂ ਅੱਜ ਦੇ ਸਮੇਂ 'ਚ ਅੰਗੂਠਾ ਲਾਉਂਦੇ ਹੋ, ਤੁਸੀਂ ਇਸ ਯੋਗ ਵੀ ਨਹੀਂ ਹੋਏ ਵੀ ਆਪਣੇ ਸਾਈਨ ਕਰ ਸਕੋ, ਹੋਰ ਤੁਸੀਂ ਸਟੱਡੀ ਕਿਵੇਂ ਕਰੋਗੇ। ਚਲੋ ਉਹਨਾਂ ਨੂੰ ਮੋਟੀਵੇਟ ਕੀਤਾ, ਜਿਹੜਾ ਸਾਡਾ ਫਰਜ਼ ਬਣਦਾ। ਮੇਰਾ ਕਹਿਣ ਦਾ ਭਾਵ ਇਹ ਆ, ਜਿਹੜਾ ਬ੍ਰਾਹਮਣ ਸੀ ਉਹਨੇ ਪੜ੍ਹਨ ਦਾ ਅਧਿਕਾਰ ਸਿਰਫ ਆਪਣੇ ਕੋਲ ਰੱਖ ਲਿਆ ਸੀ। ਉਹ ਕਹਿੰਦਾ ਸੀ ਮੈਂ ਸਿਰਫ 6 ਕੰਮ ਕਰਨੇ ਆ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ। ਪੜ੍ਹਾਊਂਗਾ ਮੈਂ ਕਿਹਨੂੰ? ਸਿਰਫ ਆਪਣੇ ਬੱਚੇ ਨੂੰ, ਮੈਂ ਹੋਰ ਕਿਸੇ ਨੂੰ ਨਹੀਂ ਪੜ੍ਹਾਉਣਾ। ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਜੱਗ ਕਰਨੇ, ਜੱਗ ਕਰਾਉਣੇ, ਦਾਨ ਦੇਣਾ, ਦਾਨ ਲੈਣਾ, ਇਹ ਕੰਮ ਸਿਰਫ ਮੈਂ ਕਰਾਂਗਾ। ਚਲੋ ਜਿਹੜੀ ਸਾਧ ਸੰਗਤ ਜੀ ਇਹ ਬਾਤ ਛੇੜੀ, ਇਹਨੂੰ ਜੇ ਪੂਰੀ ਕਰੀਏ। ਇੱਕ ਦਿਨ ਡਾਕਟਰ ਸਾਹਿਬ ਦੀ ਘਰ ਵਾਲੀ ਦੇ ਮਨ 'ਚ ਖਿਆਲ ਆਇਆ ਜੀ ਤੁਸੀਂ ਤੇ ਇੰਨੇ ਪੜ੍ਹੇ ਲਿਖੇ ਹੋ, ਇੰਨੀਆਂ ਵੱਡੀਆਂ ਵੱਡੀਆਂ ਤੁਸੀਂ ਡਿਗਰੀਆਂ ਲੈ ਲਈਆਂ ਵਾ। ਅੱਗਿਓਂ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਭਗਵਾਨ ਨੇ ਸਭ ਤੇਰਾ ਹੀ ਸੰਜੋਗ ਆ, ਤੂੰ ਮੈਨੂੰ ਕਦੇ ਡਿਸਟਰਬ ਨਹੀਂ ਕੀਤਾ, ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਰਹੀਆਂ, ਲੀੜਾ ਕੱਪੜਾ ਖਾਣਾ ਪੀਣਾ, ਮੇਰੀ ਤੂੰ ਕਿੰਨੀ ਸੇਵਾ ਕੀਤੀ ਆ। ਜੇ ਤੂੰ ਮੇਰਾ ਸਾਥ ਨਾ ਦਿੰਦੀ ਤੇ ਮੈਂ ਅੱਜ ਇੰਨਾ ਪੜ੍ਹ ਨਾ ਸਕਦਾ। ਉਹਨਾਂ ਨੇ ਕਿਹਾ ਤੂੰ ਵੀ ਪੜ੍ਹਿਆ ਕਰ। ਤੇ ਲਓ ਸਾਧ ਸੰਗਤ ਜੀ, ਇੱਕ ਇੱਕ ਅੱਖਰ ਕਰਕੇ ਆਪਣੀ ਘਰ ਵਾਲੀ ਨੂੰ ਵੀ ਪੜ੍ਹਨ ਦੇ ਯੋਗ ਕਰ ਲਿਆ। ਪੜ੍ਹਨ ਦੇ ਉੱਤੇ, ਐਜੂਕੇਸ਼ਨ ਲੈਣ ਦੇ ਉੱਤੇ ਕਬਜ਼ਾ ਕਿਹਨੇ ਕੀਤਾ ਹੋਇਆ ਸੀ? ਪੰਡਤਾਂ ਨੇ। ਜਦੋਂ ਬਾਬਾ ਰਵਿਦਾਸ ਸਾਹਿਬ ਜੀ ਨੇ ਪੜ੍ਹਾਈ ਲਿਖਾਈ ਦੀਆਂ ਗੱਲਾਂ ਕੀਤੀਆਂ ਤੇ ਉਦੋਂ ਜਿਹੜੇ ਪੰਡਤ ਸੀ ਉਹਨਾਂ ਦੇ ਕੋਲੋਂ ਕਿੱਦਾਂ ਜਰਿਆ ਜਾ ਸਕਦਾ ਸੀ? ਉਹਨਾਂ ਕੋਲੋਂ ਨਹੀਂ ਸੀ ਸਹਿਣ ਹੁੰਦਾ। ਜਦੋਂ ਵੀ ਆਪਾਂ ਕਿਤੇ ਐਜੂਕੇਸ਼ਨ ਦੀ ਗੱਲ ਕਰਾਂਗੇ ਨਾ, ਇੱਕ ਵਾਰੀ ਕੀ ਹੋਇਆ, ਇੱਕ ਕੋਈ ਬਾਬਿਆਂ ਦਾ ਡੇਰਾ ਸੀ, ਇਹ ਹਰਿਆਣੇ ਦੀ ਗੱਲ ਆ। ਉੱਥੇ ਪਿੰਡ ਦਾ ਜਿਹੜਾ ਸਰਪੰਚ ਸੀ ਉਹਦੇ ਨਾਲ ਮੇਰਾ ਪਿਆਰ ਸੀ, ਬਜ਼ੁਰਗ ਸੀ, ਉਹਨਾਂ ਦੇ ਘਰੇ ਸਹਿਜ ਪਾਠ ਕਰਦੇ ਹੁੰਦੇ ਸੀ। ਮੈਨੂੰ ਕਹਿਣ ਲੱਗਾ, ਉਹ ਪਿੰਡ ਦਾ ਸਰਪੰਚ, ਪਿੰਡ ਸੀ ਸਮਸ਼ਪੁਰ, ਜੋਤੀਸਰ ਦੇ ਲਾਗੇ, ਕੁਰੂਕਸ਼ੇਤਰ ਜ਼ਿਲ੍ਹੇ ਵਿੱਚ। ਉੱਥੇ ਮੈਂ 2 ਸਾਲ ਰਿਹਾ, ਉਸ ਹਰਿਆਣੇ 'ਚ ਵਿਚਰਦਾ ਰਿਹਾ। ਮੈਨੂੰ ਕਹਿਣ ਲੱਗਾ, ਭਾਈ ਸਾਹਿਬ ਤੁਹਾਨੂੰ ਪੂਰਨਮਾਸ਼ੀ ਵਾਲੇ ਦਿਨ ਜੇ ਤੁਸੀਂ ਕਹੋ ਤੇ ਤੁਹਾਨੂੰ 15 ਕੁ ਮਿੰਟ ਦਾ ਟਾਈਮ ਨਾ ਦਵਾਈਏ, ਉੱਥੇ ਸੰਗਤ ਬਹੁਤ ਜ਼ਿਆਦਾ ਹੁੰਦੀ ਆ। ਮੈਂ ਕਿਹਾ ਜੀ ਜਿਵੇਂ ਤੁਹਾਡੀ ਇੱਛਾ। ਉਹਨਾਂ ਨੇ ਟਾਈਮ ਦਵਾ ਦਿੱਤਾ। ਚਲੋ ਉਹ ਸਾਨੂੰ ਇੱਕ ਚੀਜ਼ ਸਾਨੂੰ ਟ੍ਰੇਨਡ ਕੀਤਾ ਜਾਂਦਾ ਵੀ ਜਦੋਂ ਵੀ ਕਥਾ ਵਿਚਾਰ ਕਰਨੀ ਆ, ਉਹਦੇ ਬਾਕੀ ਦੇ ਜਿਹੜੇ ਜਦੋਂ 3 ਕੁ ਮਿੰਟ ਰਹਿ ਜਾਣ ਉਦੋਂ ਲੋਕਾਂ ਨੂੰ ਐਜੂਕੇਸ਼ਨ ਬਾਰੇ ਜ਼ਰੂਰ ਸਮਝਾਉਣਾ ਵੀ ਇਹ ਲੋਕੀ ਖੁਦ ਸਟੱਡੀ ਕਰਿਆ ਕਰਨ। ਜਦੋਂ ਰਹਿ ਗਏ ਨਾ ਉਹ ਥੋੜ੍ਹੇ 3 ਕੁ ਮਿੰਟ, ਉਦੋਂ ਮੈਂ ਕਿਹਾ ਸਾਧ ਸੰਗਤ ਜੀ ਤੁਸੀਂ ਇੱਦਾਂ ਕਰੋ, 2 ਸਾਲਾ ਸਿੱਖ ਮਿਸ਼ਨਰੀ ਪੱਤਰ ਵਿਹਾਰ ਕੋਰਸ ਕਰੋ,
ਸ਼੍ਰੋਮਣੀ ਕਮੇਟੀ ਇੱਕ ਰਸਾਲਾ ਛਾਪਦੀ, ਉਹ ਆਪਣੇ ਘਰਾਂ 'ਚ ਲਾਓ। ਤੁਸੀਂ ਗੁਰਬਾਣੀ ਦੇ ਅਰਥ ਪੜ੍ਹਿਆ ਕਰੋ। ਇੰਨੇ ਚਿਰ ਨੂੰ ਇੱਕ ਪਿੱਛੇ ਬਾਬਾ ਜੀ ਬੈਠੇ ਸੀ, ਉਹਨਾਂ ਨੇ ਮੈਨੂੰ ਇਸ ਤਰ੍ਹਾਂ ਮੋਢੇ 'ਤੇ ਹੱਥ ਲਾ ਕੇ ਮੈਨੂੰ ਕਹਿੰਦੇ, ਭਾਈ ਸਾਹਿਬ ਤੁਸੀਂ ਨਾ ਸੰਗਤ 'ਚ ਨਾਮ ਦੀ ਗੱਲ ਕਰੋ, ਇੱਥੇ ਨਾ ਸਿਮਰਨ ਦੀ ਗੱਲ ਕਰੋ, ਇੱਥੇ ਪੜ੍ਹਾਈ ਲਿਖਾਈ ਦੀਆਂ ਗੱਲਾਂ ਨਾ ਕਰੋ। ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਵੀ ਜੇ ਇਹ ਲੋਕ ਪੜ੍ਹ ਲਿਖ ਗਏ ਫਿਰ ਸਾਡੇ ਡੇਰੇ ਕਿੱਦਾਂ ਚੱਲਣਗੇ, ਕਿਉਂਕਿ ਉਹ ਡੇਰਾ ਉਹ ਸੀ ਜਿੱਥੇ ਲੰਗਰ ਨਹੀਂ ਪੱਕਦਾ। ਲੋਕੀ ਆਪਣੇ ਘਰੋਂ ਹੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਆ। ਵੀ ਜੇ ਲੋਕੀ ਐਜੂਕੇਟਡ ਹੋ ਜਾਣਗੇ ਤੇ ਫਿਰ ਲੋਕੀ ਸਾਡੀ ਪੂਜਾ ਮਾਨਤਾ ਕਿਵੇਂ ਕਰਨਗੇ, ਸ਼ਰਧਾ ਸਾਡੇ ਵਿੱਚ ਕਿਵੇਂ ਰੱਖਣਗੇ। ਉਹਨਾਂ ਨੇ ਮਨਾ ਕਰ ਦਿੱਤਾ। ਕਹਿਣ ਦਾ ਭਾਵ ਵੀ ਜਿਹੜੀ ਵਿਦਿਆ ਵਾ, ਜਿਹੜੀ ਐਜੂਕੇਸ਼ਨ ਆ, ਇਹ ਸਭ ਤੋਂ ਵੱਡਾ ਹਥਿਆਰ ਆ। ਤੇ ਜਿਹੜਾ ਬੰਦਾ ਐਜੂਕੇਟ ਨਹੀਂ ਸੀ ਉਹਨੂੰ ਲੋਕੀ ਪਸ਼ੂਆਂ ਦੇ ਵਾਂਗੂ ਤੇ ਜਿਹੜੇ ਪਾਸੇ ਮਰਜ਼ੀ ਲੈ ਜਾਂਦੇ ਸੀ। ਇਹ ਹੁਣ ਜਿਹੜੇ ਪੰਡਤ ਆ ਇਹ ਭਗਤ ਸਾਹਿਬ ਜੀ ਨਾਲ ਈਰਖਾ ਕਿਉਂ ਕਰਦੇ ਆ? ਕਿਉਂਕਿ ਭਗਤ ਸਾਹਿਬ ਜੀ ਗੱਲਾਂ ਕਰਦੇ ਨੇ ਲੋਕਾਂ ਨੂੰ ਜਗਾਉਣ ਦੀਆਂ। ਨਫ਼ਰਤ ਨਾਲ ਹੋਇਆ ਹਰ ਇੱਕ ਦਿਲ ਕਾਲਾ, ਉੱਤੋਂ ਸਭ ਸ਼ਕਲਾਂ ਭਾਵੇਂ ਬੱਗੀਆਂ ਨੇ। ਜਦੋਂ ਗੋਗੜਾਂ ਦੇ ਉੱਤੇ ਨਿਗਾਹ ਮਾਰੋ ਜਾਪਣ ਬੋਰਿਆਂ ਨੂੰ ਲੱਤਾਂ ਲੱਗੀਆਂ ਨੇ। ਕਿਹਾ ਭਰੇ ਦਰਬਾਰ ਵਿੱਚ ਪੰਡਤਾਂ ਨੇ, ਤੇਰੇ ਰਾਜ ਵਿੱਚ ਵਰਤਿਆ ਕਹਿਰ ਰਾਜਾ। ਇਹਦੇ ਨਾਲੋਂ ਤੇ ਚੰਗਾ ਹੈ ਅਸੀਂ ਸਾਰੇ ਜੇਕਰ ਮਰ ਜਾਈਏ ਖਾ ਕੇ ਜ਼ਹਿਰ ਰਾਜਾ। 104 ਪੰਡਤ ਰਾਜੇ ਨਾਗਰਮਲ ਦੇ ਦਰਬਾਰ 'ਚ ਸ਼ਿਕਾਇਤ ਲੈ ਕੇ ਆਏ ਆ। ਸਾਰੇ ਇਕੱਠੇ ਹੋ ਕੇ ਕਹਿੰਦੇ ਜੀ ਇਹ ਕੀ ਹੋ ਰਿਹਾ ਵਾ, ਇਹ ਨਹੀਂ ਸਾਡੇ ਕੋਲੋਂ ਜਰਿਆ ਜਾਂਦਾ, ਤੁਹਾਡੇ ਰਾਜ ਦੇ ਵਿੱਚ ਕਹਿਰ ਹੋ ਰਿਹਾ ਵਾ। ਇਹਦੇ ਨਾਲੋਂ ਚੰਗਾ ਜੀ ਸਾਨੂੰ ਸਾਰਿਆਂ ਨੂੰ ਜ਼ਹਿਰ ਖਵਾ ਦਿਓ, ਅਸੀਂ ਮਰ ਜਾਈਏ। ਹੋਰ ਉਹ ਕੀ ਕੁਛ ਦੱਸਦੇ, ਅਣਹੋਣੀ ਕੀ ਆ ਗਈ ਆ, ਕੀ ਹੋ ਗਿਆ ਵਾ, ਇਹ ਪੰਡਤ ਇੰਨੇ ਕਲਪੇ ਕਿਉਂ, ਇੰਨੇ ਗੁੱਸੇ 'ਚ ਕਿਉਂ ਆ? ਤੇਰੇ ਰਾਜ ਦੇ ਨਾਲੋਂ ਤੇ ਨਰਕ ਚੰਗਾ, ਕਾਂਛੀ ਦੇ ਰਾਜੇ ਨੂੰ ਕਹਿੰਦੇ ਆ। ਤੇਰੇ ਰਾਜ ਦੇ ਨਾਲੋਂ ਤੇ ਨਰਕ ਚੰਗਾ, ਜਿੱਥੇ ਦਿਨ ਦੀ ਵੀ ਹਨੇਰਾ ਛਾਈ ਜਾਂਦਾ। ਕਾਂਛੀਪੁਰ ਵਿੱਚ ਇੱਕ ਅਛੂਤ ਰਹਿੰਦਾ, ਚੰਦ ਹੋਰ ਹੀ ਨਵੇਂ ਚੜਾਈ ਜਾਂਦਾ। ਨਾਉ ਉਸ ਦਾ ਲੋਕ ਰਵਿਦਾਸ ਕਹਿੰਦੇ, ਰਾਮਾਨੰਦ ਦਾ ਚੇਲਾ ਕਹਾਈ ਜਾਂਦਾ। ਪਿਛਲੇ ਸਾਲ ਮੈਂ ਬਾਬਾ ਰਵਿਦਾਸ ਜੀ ਦੇ ਨਾਮ ਦੇ ਅਰਥ ਕੀਤੇ ਸੀ। ਰਵ ਦਾ ਅਰਥ ਹੁੰਦਾ ਵਾ ਸੂਰਜ, ਜਿਹਦੇ ਹਿਰਦੇ ਵਿੱਚ ਸੂਰਜ ਜਿੰਨਾ ਗਿਆਨ ਹੋਵੇ। ਤੇ ਜਦੋਂ ਫਿਰ ਸੂਰਜ ਚੜ੍ਹਦਾ ਵਾ ਲੋਕਾਂ ਦੀਆਂ ਫਿਰ ਅੱਖਾਂ ਚੁੰਦਿਆ ਆ ਜਾਂਦੀਆਂ ਨੇ। ਸੂਰਜ ਨੂੰ ਸਿੱਧਾ ਅਸੀਂ ਨੰਗੀ ਅੱਖ ਨਾਲ ਵੇਖ ਨਹੀਂ ਸਕਦੇ। ਉਹਨਾਂ ਦੀ ਜਦੋਂ ਤੁਸੀਂ ਕਿਤੇ ਬਾਣੀ ਪੜ੍ਹੋਗੇ ਨਾ ਗੁਰੂ ਗ੍ਰੰਥ ਸਾਹਿਬ 'ਚੋਂ 40 ਸ਼ਬਦ ਤੁਸੀਂ ਪੜ੍ਹ ਕੇ ਹੈਰਾਨ ਹੋ ਜਾਓਗੇ ਵੀ ਅਸੀਂ ਕੁਝ ਹੋਰ ਸਮਝਦੇ ਰਹੇ ਤੇ ਬਾਬਾ ਰਵਿਦਾਸ ਸਾਹਿਬ ਜੀ ਨੇ ਤੇ ਸਾਡੇ ਕਿਵੇਂ ਕਿਵਾੜ ਖੋਲ੍ਹੇ ਨੇ। ਰਾਮਾਨੰਦ ਜੀ ਦੇ ਚੇਲੇ ਨੇ ਬਾਬਾ ਰਵਿਦਾਸ ਜੀ, ਤੇ ਰਾਮਾਨੰਦ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਆ। ਇਹ ਵੇਖੋ ਸਾਧ ਸੰਗਤ ਜੀ, 3 ਰੱਬ ਦੇ ਪਿਆਰੇ ਆ, ਤਿੰਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ। ਭਗਤ ਰਵਿਦਾਸ ਸਾਹਿਬ ਜੀ ਦੇ ਜਿਹੜੇ ਗੁਰੂ ਨੇ ਉਹਨਾਂ ਦਾ ਨਾਮ ਰਾਮਾਨੰਦ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ। ਉਹਨਾਂ ਦਾ ਸ਼ਬਦ ਆ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਭੈਓ ਪੰਗ। ਉਹਨਾਂ ਦਾ ਇਹ ਸ਼ਬਦ ਆ, ਬਾਬਾ ਰਵਿਦਾਸ ਜੀ ਦੇ ਸ਼ਬਦ ਆ। ਬਾਬਾ ਰਵਿਦਾਸ ਸਾਹਿਬ ਜੀ ਦੇ ਚੇਲੇ ਹੋਏ ਆ ਭਗਤ ਪੀਪਾ ਜੀ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆ। ਉਹਨਾਂ ਦਾ ਇੱਕ ਸ਼ਬਦ ਆ ਭਗਤ ਪੀਪਾ ਜੀ ਦਾ, ਉਹ ਰਾਜਸਥਾਨ ਦੇ ਹੋਏ। ਉਹ ਸ਼ਬਦ ਆ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਨਾਉ ਉਸ ਦਾ ਲੋਕ ਰਵਿਦਾਸ ਕਹਿੰਦੇ, ਰਾਮਾਨੰਦ ਦਾ ਚੇਲਾ ਕਹਾਈ ਜਾਂਦਾ। ਜਿਨ੍ਹਾਂ ਹੱਥਾਂ ਨਾਲ ਜੁੱਤੀਆਂ ਗੰਢਦਾ ਏ ਉਹਨਾਂ ਨਾਲ ਹੀ ਧੂਫ ਧੁਖਾਈ ਜਾਂਦਾ। ਉਹਦੇ ਮਰਿਆਦਾ ਹੀ ਕੋਈ ਨਹੀਂ ਆ। ਅਸੀਂ ਵੇਖੋ ਨਾ ਜੀ ਕਿੰਨੇ ਸਾਫ ਸੁਥਰੇ ਰਹਿੰਦੇ ਆ, ਕਿੱਦਾਂ ਅਸੀਂ ਇਸ਼ਨਾਨ ਪਾਣੀ ਕਰਕੇ ਰੱਖਦੇ ਆ। ਰਾਜੇ ਕੋਲ ਬਾਬਾ ਜੀ ਦੀਆਂ ਸ਼ਿਕਾਇਤਾਂ ਲਾਈਆਂ ਜਾ ਰਹੀਆਂ ਵੀ ਉਹ ਤਾਂ ਮਰਿਆਦਾ ਕੋਈ ਨਹੀਂ ਜੀ, ਉਹ ਤੇ ਹੱਥ ਹੀ ਨਹੀਂ ਧੋਂਦੇ। ਜਿਨ੍ਹਾਂ ਹੱਥਾਂ ਨਾਲ ਜੁੱਤੀਆਂ ਗੰਢਦਾ ਏ, ਦੁਬਾਰਾ ਫਿਰ ਮੈਂ ਇਹਨੂੰ ਪੜ੍ਹਾਂ, ਨਾਉ ਉਸ ਦਾ ਲੋਕ ਰਵਿਦਾਸ ਕਹਿੰਦੇ, ਰਾਮਾਨੰਦ ਦਾ ਚੇਲਾ ਕਹਾਈ ਜਾਂਦਾ। ਜਿਨ੍ਹਾਂ ਹੱਥਾਂ ਨਾਲ ਜੁੱਤੀਆਂ ਗੰਢਦਾ ਏ ਉਹਨਾਂ ਨਾਲ ਹੀ ਧੂਫ ਧੁਖਾਈ ਜਾਂਦਾ।
ਚੰਮ ਵਾਲਿਆਂ ਹੱਥਾਂ ਨੂੰ ਬਿਨਾਂ ਧੋਏ। ਚੰਮ ਦੇ ਬਾਰੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆ ਮਾਸ ਦੇ ਬਾਰੇ, ਉਹ ਕਾਫੀ ਵੱਡਾ ਸ਼ਬਦ ਆ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕਵਣ ਸਾਗ ਕਵਣ ਮਾਸ ਕਹਾਵੈ, ਕਿਸਮੈ ਪਾਪ ਸਮਾਣੇ, ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਉਹ ਵੱਡਾ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਵਾ। ਚੰਮ ਵਾਲਿਆਂ ਹੱਥਾਂ ਨੂੰ ਬਿਨਾਂ ਧੋਏ, ਭੋਗ ਠਾਕਰਾਂ ਤਾਈਂ ਲਗਾਈ ਜਾਂਦਾ। ਉਹਦੇ ਬੋਲਾਂ ਵਿੱਚ ਖੌਰੇ ਤਾਸੀਰ ਕੀ ਏ, ਲੋਕਾਂ ਉੱਤੇ ਕੋਈ ਜਾਦੂ ਚਲਾਈ ਜਾਂਦਾ। ਉਹਦੇ ਬੋਲਾਂ ਵਿੱਚ ਕੋਈ ਜਾਦੂ ਆ, ਕੋਈ ਤਾਕਤ ਆ, ਲੋਕੀ ਉਹਨੂੰ ਮੰਨਣ ਲੱਗ ਪਏ ਆ। ਨੀਵੀਂ ਜਾਤ ਦਾ ਇੱਕ ਚੁਮਾਰ ਬੰਦਾ, ਜਿਸ ਨੂੰ ਖੂਹ 'ਤੇ ਵੀ ਚੜ੍ਹਨੋਂ ਛੇਕਦੇ ਆ। ਅਸੀਂ ਤਾਂ ਇਹੋ ਜਿਹੇ ਬੰਦੇ ਦਾ ਖੂਹ ਦੇ ਉੱਤੇ ਪਰਛਾਵਾਂ ਨਹੀਂ ਪੈਣ ਦਿੰਦੇ। ਜੇ ਪੁਰਾਣੇ ਸਮੇਂ ਵਿੱਚ ਨੀਵੀਂ ਜਾਤ ਪਿੰਡਾਂ ਵਿੱਚ ਨਾ ਜਿਹੜੇ ਖੂਹ ਹੁੰਦੇ ਸੀ ਆਪੋ ਆਪਣੇ ਹੁੰਦੇ ਸੀ, ਕੋਈ ਬ੍ਰਾਹਮਣਾਂ ਦਾ ਖੂਹ, ਕੋਈ ਖੱਤਰੀਆਂ ਦਾ ਖੂਹ, ਕੋਈ ਸ਼ੂਦਰਾਂ ਦਾ ਖੂਹ। ਨੀਵੀਂ ਜਾਤ ਵਾਲਾ ਬੰਦਾ ਵੱਡੀ ਜਾਤ ਵਾਲਿਆਂ ਦੇ ਖੂਹ ਦੇ ਉੱਤੋਂ ਪਾਣੀ ਨਹੀਂ ਸੀ ਭਰਨ ਜਾਂਦਾ। ਜੇ ਕਿਤੇ ਭੁਲੇਖੇ ਨਾਲ ਚਲਿਆ ਜਾਵੇ, ਉਹਦਾ ਪਰਛਾਵਾਂ ਖੂਹ ਦੇ ਉੱਤੇ ਪੈ ਜਾਵੇ, ਸਾਰੇ ਦਾ ਸਾਰਾ ਖੂਹ ਹੀ ਭ੍ਰਿਸ਼ਟ ਹੋ ਜਾਂਦਾ ਸੀ। ਫਿਰ ਉਸ ਖੂਹ ਨੂੰ ਸ਼ੁੱਧ ਕਰਨਾ ਪੈਂਦਾ ਸੀ। ਸ਼ੁੱਧ ਕਰਨ ਦੀ ਤਰੀਕੀ ਉਦੋਂ ਵੀ ਉਹੀ ਆ ਜਿਹੜੀ ਲੋਕੀ ਅੱਜ ਜਿਹੜੀ ਵਰਤਦੇ ਆ ਨਾ, ਵੀ ਲੋਕੀ ਉਹ ਦੱਸਦੇ ਨਹੀਂ ਕਿੰਨੀ ਐਡ ਕੀਤੀ ਜਾਂਦੀ ਆ ਵੀ ਸਾਰੀਆਂ ਬਿਮਾਰੀਆਂ ਦਾ ਇਲਾਜ ਕੀ ਆ। ਉਹ ਕਹਿੰਦੇ ਜੀ ਗਊ ਦਾ ਮੂਤ ਪੀ ਲਓ, ਉਹ ਫਿਰ ਵੇਚਦੇ ਨਾ 1 ਲੀਟਰ ਦੀ ਪੈਕਿੰਗ 'ਚ। ਉਦੋਂ ਵੀ ਉਹ ਬਕਾਇਦਾ ਗੱਲ ਲਿਖੀ ਆ, ਮਨੂ ਸਿਮਰਤੀ 'ਚ ਲਿਖੀ ਆ। ਇਹਦਾ ਸੋਲੂਸ਼ਨ ਕੀ ਆ? ਜੇ ਨੀਵੀਂ ਜਾਤ ਵਾਲੇ ਬੰਦੇ ਦਾ ਪਰਛਾਵਾਂ ਖੂਹ ਦੇ ਉੱਤੇ ਪੈ ਗਿਆ, ਖੂਹ 'ਤੇ ਸਾਰਾ ਭ੍ਰਿਸ਼ਟ ਹੋ ਗਿਆ, ਹੁਣ ਖੂਹ ਦਾ ਪਾਣੀ ਨਹੀਂ ਪੀਤਾ ਜਾ ਸਕਦਾ, ਖੂਹ ਦੇ ਵਿੱਚੋਂ ਸਾਰਾ ਪਾਣੀ ਕੱਢਿਆ ਵੀ ਨਹੀਂ ਜਾ ਸਕਦਾ। ਫਿਰ ਇਹਦਾ ਸੋਲੂਸ਼ਨ ਕੀ ਆ? ਉਹਦੇ ਵਿੱਚ ਗਾਂ ਦਾ, ਗਊ ਮਾਤਾ ਜਿਹਨੂੰ ਕਹਿੰਦੇ ਨਾ, ਗਾਂ ਦਾ ਪਿਸ਼ਾਬ, ਗਾਂ ਦਾ ਗੋਹਾ, ਇਹੋ ਜਿਹੀਆਂ ਹੋਰ ਕਈ ਚੀਜ਼ਾਂ ਇਕੱਠੀਆਂ ਕਰਕੇ ਉਹਨਾਂ ਨੂੰ ਘੋਲ ਕੇ ਮੰਤਰ ਪੜ੍ਹ ਕੇ ਫਿਰ ਖੂਹ ਦੇ ਵਿੱਚ ਪਾਈ ਦੀਆਂ ਵਾ, ਤਾਂ ਕਰਕੇ ਖੂਹ ਸ਼ੁੱਧ ਹੁੰਦਾ ਵਾ। ਇਹ ਲਿਖਿਆ ਜੇ ਉੱਥੇ ਮਨੂ ਸਿਮਰਤੀ ਦੇ ਵਿੱਚ। ਇਹ ਪੰਡਤ ਆਣ ਕੇ ਸ਼ਿਕਾਇਤ ਕਰਦੇ ਰਾਜੇ ਕੋਲ, ਕਹਿੰਦੇ ਜੀ ਨੀਵੀਂ ਜਾਤ ਦਾ ਇੱਕ ਚਮਾਰ ਬੰਦਾ, ਜਿਸ ਨੂੰ ਖੂਹ 'ਤੇ ਵੀ ਚੜ੍ਹਨੋਂ ਛੇਕਦੇ ਆ। ਨੇਰ ਸਾਈਂ ਦਾ ਕਈ ਅਮੀਰ ਬ੍ਰਾਹਮਣ ਅੱਜ ਉਸ ਤਾਈਂ ਮੱਥੇ ਟੇਕਦੇ ਆ। ਤੇਰੇ ਦਰੋਂ ਨਾ ਜੇ ਇਨਸਾਫ ਮਿਲਿਆ, ਤੇਰੇ ਸਿਰ ਚੜ੍ਹ ਕੇ ਸਭ ਨੇ ਪਿੱਟਣਾ ਏ। ਭਲਾ ਇਹੋ ਜਿਹੇ ਰਾਜ ਤੋਂ ਕੀ ਥੁੜਿਆ, ਜਿੱਥੇ ਇੱਦਾਂ ਭਗਵਾਨ ਨੂੰ ਪਿੱਟਣਾ ਏ। ਉਹਨੇ ਤੇ ਭਗਵਾਨ ਨੂੰ ਪਿੱਟ ਦਿੱਤਾ ਵਾ। ਜਦੋਂ ਮਨੂ ਨੇ ਜਾਤਾਂ ਨੂੰ ਵੰਡ ਦਿੱਤਾ, ਭਲਾ ਇਸ ਅੰਦਰ ਹੋਰ ਸ਼ੱਕ ਕੀ ਏ? ਆ ਪਿੱਛੇ ਜੇ ਵੀ ਗੱਲ ਚੱਲੀ ਸੀ ਵੀ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਬਣਾਇਆ ਨਾ, ਇਹ ਪੁਰਾਣਾ ਹੋ ਗਿਆ, ਇਹ ਨਹੀਂ ਫਿੱਟ ਬੈਠਦਾ, ਦੁਬਾਰਾ ਨਵਾਂ ਬਣਾਉਣਾ ਵਾ। ਉਹ ਹਿੰਦੀ ਵਿੱਚ ਆਲਰੇਡੀ ਛਪ ਵੀ ਗਿਆ ਸੀ ਤੇ ਮੈਂ ਉਹਨੂੰ ਪੜ੍ਹ ਕੇ ਵੀ ਵੇਖਿਆ ਵਾ। ਮਨੂ ਬੇਸਡ ਸੰਵਿਧਾਨ ਨਵਾਂ ਹੋਣਾ ਚਾਹੀਦਾ, ਉਹਦੇ ਸਾਰਾ ਕੁਝ ਲਿਖਿਆ ਸੀ ਬਕਾਇਦਾ। ਉਹ ਪੁਰਾਣੀਆਂ ਗੱਲਾਂ ਨਹੀਂ, ਨੀਵੇਂ ਬੰਦਿਆਂ ਦਾ ਐਜੂਕੇਸ਼ਨ ਦਾ ਅਧਿਕਾਰ ਖਤਮ ਕਰੋ। ਇਹ ਸਰਕਾਰ ਅਜੇ ਵੀ, ਇਹ ਸਰਕਾਰ ਦੀਆਂ ਸਾਜ਼ਿਸ਼ਾਂ ਅੱਜ ਵੀ ਨੇ। ਬ੍ਰਾਹਮਣ ਕਹਿੰਦੇ ਵੀ ਜਦੋਂ ਮਨੂ ਮਹਾਰਾਜ ਨੇ ਬਣਾ ਦਿੱਤਾ ਸਾਰਾ ਸੰਵਿਧਾਨ, ਸਾਰਾ ਕਾਨੂੰਨ ਬਣਾ ਦਿੱਤਾ ਵਾ, ਤੇ ਭਗਤ ਰਵਿਦਾਸ ਜੀ ਕਾਨੂੰਨ ਨੂੰ ਕਿਉਂ ਤੋੜਦੇ ਆ? ਸਾਡੇ ਕੋਲੋਂ ਨਹੀਂ ਇਹ ਜਰਿਆ ਜਾਂਦਾ, ਇਹ ਕੋਈ ਮਰਿਆਦਾ ਤੋੜਦੇ ਆ। ਜਦੋਂ ਮਨੂ ਨੇ ਜਾਤਾਂ ਨੂੰ ਵੰਡ ਦਿੱਤਾ, ਜਿਹੜੀ ਮਨੂ ਸਿਮਰਤੀ ਛੋਟੀ ਜੀ ਆਏ ਤੇ ਪੰਜਾਬੀ 'ਚ ਵੀ ਟਰਾਂਸਲੇਸ਼ਨ ਹੋਈ, ਮਿਲ ਜਾਂਦੀ ਆ, ਉਹ ਤੁਸੀਂ ਪੜ੍ਹ ਸਕਦੇ ਹੋ। ਇਹੋ ਜਿਹੀਆਂ ਚੀਜ਼ਾਂ ਦੀ ਸਰਚ ਕਰਿਆ ਕਰੋ। ਉਹ ਸਾਡੇ ਬੱਚੇ ਪਤਾ ਨਹੀਂ ਕੀ ਸੀਰੀਅਲ, ਕੀ ਗੀਤ ਗਾਣੇ ਸਰਚ ਕਰੀ ਜਾਂਦੇ ਆ। ਇਹੋ ਜਿਹੀਆਂ ਚੀਜ਼ਾਂ ਨੈੱਟ 'ਤੇ ਸਾਨੂੰ ਪੜ੍ਹਨੀਆਂ ਚਾਹੀਦੀਆਂ ਵਾ, ਫਿਰ ਸਾਨੂੰ ਪਤਾ ਚੱਲਦਾ ਵੀ ਕੀ ਕੁਛ ਲਿਖਿਆ ਵਾ। ਜਦੋਂ ਮਨੂ ਨੇ ਜਾਤਾਂ ਨੂੰ ਵੰਡ ਦਿੱਤਾ, ਭਲਾ ਇਸ ਅੰਦਰ ਹੋਰ ਸ਼ੱਕ ਕੀ ਏ? ਉੱਚੀ ਜਾਤ ਵਾਲੇ ਬਾਹਮਣ ਹੋਣ ਜਿੱਥੇ, ਨੀਵੀਂ ਜਾਤ ਨੂੰ ਪੂਜਾ ਦਾ ਹੱਕ ਕੀ ਏ? ਜਦੋਂ ਅਸੀਂ ਹੈਗੇ ਆ ਤੇ ਇਹ ਕਿਉਂ ਪੂਜਾ ਕਰੇ? ਜੇ ਤੇ ਅਸੀਂ ਨਾ ਹੋਈਏ ਫਿਰ ਤੇ ਬੰਦਾ ਕਵੇ। ਸੁਣ ਕੇ ਰਾਜੇ ਨੇ ਵਿਥਿਆ ਕਿਹਾ ਇੱਦਾਂ, ਰਵਿਦਾਸ ਦੇ ਤਾਈਂ ਬੁਲਾਓ ਛੇਤੀ, ਉੱਤਰ ਆਣ ਕੇ ਦਵੇ ਬ੍ਰਾਹਮਣਾਂ ਨੂੰ, ਉਹਨੂੰ ਵਿੱਚ ਦਰਬਾਰ ਲਿਆਓ ਛੇਤੀ। ਇਹ ਸਮੇਂ-ਸਮੇਂ 'ਤੇ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ। ਜੇ ਮੈਂ ਡਿਟੇਲ ਕਰਾਂਗਾ ਬਹੁਤ ਸਮਾਂ ਲੱਗੇਗਾ। ਗੁਰੂ ਰਾਮਦਾਸ ਸਾਹਿਬ ਜੀ ਦੀ ਵੀ ਸ਼ਿਕਾਇਤ ਬ੍ਰਾਹਮਣਾਂ ਨੇ ਕੀਤੀ ਸੀ ਅਕਬਰ ਦਰਬਾਰ ਦੇ ਬਾਦਸ਼ਾਹ 'ਚ, ਤੇ ਗੁਰੂ ਰਾਮਦਾਸ ਜੀ ਨੂੰ ਲਾਹੌਰ ਜਾ ਕੇ ਸਾਰਾ ਸਪਸ਼ਟੀਕਰਨ ਦੇਣਾ ਪਿਆ ਸੀ। ਉਹ ਸ਼ਿਕਾਇਤ ਕੀਤੀ ਸੀ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਵਾ। ਗੁਰੂ ਰਾਮਦਾਸ ਜੀ ਮਹਾਰਾਜ ਪੋਥੀ ਨਾਲ ਲੈ ਗਏ, ਕਹਿੰਦੇ ਮੈਂ ਜਿੱਥੇ ਆਖੋ ਤੁਹਾਨੂੰ ਖੋਲ ਕੇ ਸੁਣਾ ਦਿੰਦਾ ਹਾਂ।
ਤਾਂ ਕਰਕੇ ਸੱਚਿਆਂ ਸੁੱਚਿਆਂ ਰੱਬ ਦੇ ਪਿਆਰਿਆਂ ਦੀਆਂ ਸ਼ਿਕਾਇਤਾਂ ਹੁੰਦੀਆਂ ਰਹੀਆਂ ਨੇ। ਸੁਣ ਕੇ ਰਾਜੇ ਨੇ ਵਿਥਿਆ ਕਿਹਾ ਇੱਦਾਂ ਰਵਿਦਾਸ ਦੇ ਤਾਈਂ ਬੁਲਾਓ ਛੇਤੀ, ਉੱਤਰ ਆਣ ਕੇ ਦਵੇ ਬ੍ਰਾਹਮਣਾਂ ਨੂੰ, ਉਹਨੂੰ ਵਿੱਚ ਦਰਬਾਰ ਲਿਆਓ ਛੇਤੀ। ਆਏ ਗੁਰੂ ਰਵਿਦਾਸ ਜੀ ਹੋਏ ਹਾਜ਼ਰ, ਜਾਪੇ ਕੋਈ ਮਹਾਤਮਾ ਆ ਗਿਆ ਏ, ਮੱਥੇ ਨੂਰ ਇਲਾਹੀ ਤੋਂ ਇੰਜ ਜਾਪੇ ਸਾਖਸ਼ਾਤ ਪਰਮਾਤਮਾ ਆ ਗਿਆ ਏ। ਰਵਿਦਾਸ ਨੂੰ ਵੇਖ ਕੇ ਹਰ ਪੰਡਤ ਗੁੱਸੇ ਵਿੱਚ ਕਚੀਚੀਆਂ ਖਾਈ ਜਾਵੇ, ਕੋਈ ਗੋਗੜ ਨੂੰ ਪਿਆ ਖਨੂਹੀ ਜਾਵੇ, ਕੋਈ ਬੋਦੀ ਨੂੰ ਵੱਟ ਚੜਾਈ ਜਾਵੇ। ਰਵਿਦਾਸ ਪਰ ਰਵੀ ਦੇ ਵਾਂਗ ਚਮਕੇ, ਆਪ ਸਾਰਿਆਂ ਦੀ ਫਿੱਕੀ ਪਾਈ ਜਾਵੇ। ਰਾਜਾ ਤਖਤ ਉੱਤੇ ਬੈਠਾ ਸੋਚਦਾ ਏ ਕੋਈ ਖਾਸ ਸਕੀਮ ਬਣਾਈ ਜਾਵੇ। ਰਵਿਦਾਸ ਨੂੰ ਰਾਜੇ ਨੇ ਕਿਹਾ ਇੱਦਾਂ ਕਿ ਹਰ ਇੱਕ ਪੰਡਤ ਸ਼ਿਕਾਇਤ ਲਗਾ ਰਿਹਾ ਏ ਕਿ ਰਵਿਦਾਸ ਦੀ ਇਹ ਨੀਵੀਂ ਜਾਤ ਹੈ, ਪਰ ਉਹ ਵੀ ਠਾਕਰਾਂ ਨੂੰ ਪੂਜੀ ਜਾ ਰਿਹਾ ਏ। ਰਵਿਦਾਸ ਸਾਹਿਬ ਜੀ, ਤੁਹਾਡੀ ਸ਼ਿਕਾਇਤ ਆਈ ਆ, ਤੁਸੀਂ ਠਾਕਰਾਂ ਦੀ ਪੂਜਾ ਨਹੀਂ ਕਰ ਸਕਦੇ, ਕਿਉਂ ਕਰਦੇ ਜੇ? ਤੁਸੀਂ ਚਮੜੇ ਦਾ ਕੰਮ ਕਰਦੇ ਜੇ, ਝੂਠੇ ਮਿੱਠੇ ਹੱਥਾਂ ਨਾਲ ਅਗਰਬੱਤੀਆਂ ਦਿਖਾਈ ਜਾਂਦੇ, ਤੁਸੀਂ ਠਾਕਰਾਂ ਨੂੰ ਭੋਗ ਲਵਾਈ ਜਾਂਦੇ ਆ, ਬਹੁਤ ਵੱਡਾ ਪਾਪ ਕਰਦੇ ਹੋ। ਸੁਣ ਕੇ ਗੱਲ ਰਵਿਦਾਸ ਜੀ ਕਹਿਣ ਲੱਗੇ ਝੂਠ ਬੋਲਦੇ ਆ, ਰੌਲਾ ਪਾ ਰਹੇ ਨੇ, ਅਸਲੀ ਠਾਕਰਾਂ ਦੀ ਪੂਜਾ ਮੈਂ ਕਰਦਾ, ਇਹ ਤਾਂ ਪੱਥਰਾਂ ਨੂੰ ਪੂਜੀ ਜਾ ਰਹੇ ਨੇ। ਆਖਰਕਾਰ ਇਹ ਫੈਸਲਾ ਪਾਸ ਹੋਇਆ ਕਿ ਆਪੋ ਆਪਣੇ ਜਾਓ ਲਿਆਓ ਠਾਕਰ। ਲੋਕਾਂ ਸਾਹਮਣੇ ਇਹਨਾਂ ਨੂੰ ਧੂਪ ਦੇ ਕੇ ਇੱਕ ਚੌਂਕੀ ਦੇ ਉੱਤੇ ਟਿਕਾਓ ਠਾਕਰ। ਰਾਜੇ ਨੇ ਕਿਹਾ ਹੁਣ ਪ੍ਰੀਖਿਆ ਕਰ ਲੈਂਦੇ ਆ, ਜਾਓ ਆਪੋ ਆਪਣੇ ਠਾਕਰ ਲੈ ਆਓ। ਫੇਰ ਨਾਲ ਸਤਕਾਰ ਦੇ ਸਣੇ ਚੌਂਕੀ ਪਾਰ ਨਦੀ ਦੇ ਛੱਡ ਕੇ ਆਓ ਠਾਕਰ, ਖੜੇ ਹੋ ਕੇ ਕੰਢੇ ਤੇ ਆਵਾਜ਼ ਮਾਰੋ ਅਤੇ ਆਪਣੇ ਪਾਸ ਬੁਲਾਓ ਠਾਕਰ। ਤੁਹਾਡੀ ਪ੍ਰੀਖਿਆ ਕਰ ਲੈਂਦੇ, ਆਪੋ ਆਪਣੇ ਠਾਕਰ ਲਿਆਓ, ਉਹ ਨਦੀ ਦੇ ਪਰਲੇ ਪਾਸੇ ਛੱਡ ਆਓ। ਬ੍ਰਾਹਮਣੋ, ਤੁਸੀਂ ਵੀ ਆਪਣੇ ਠਾਕਰ ਉਧਰ ਛੱਡ ਆਓ। ਬਾਬਾ ਰਵਿਦਾਸ ਜੀ, ਤੁਸੀਂ ਵੀ ਲਿਆਓ ਆਪਣਾ ਠਾਕਰ ਜਿਹਦੀ ਪੂਜਾ ਕਰਦੇ, ਤੁਸੀਂ ਵੀ ਉਧਰ ਛੱਡ ਆਓ। ਨਦੀ ਦੇ ਇਸ ਪਾਸੇ ਖਲੋ ਕੇ ਆਵਾਜ਼ ਮਾਰੋ। ਅਸਲ ਨਕਲ ਦੀ ਆਪੇ ਪਛਾਣ ਹੋ ਜੂ, ਆਪੇ ਆਪਣੇ ਫੈਸਲੇ ਕਰੀ ਜਾਊ। ਜਿਉਂਦਾ ਜਾਗਦਾ ਜਿਹਦਾ ਵੀ ਹੋਊ ਠਾਕਰ, ਆਪੇ ਗੰਗਾ ਦੇ ਪਾਣੀ ਤੇ ਤਰੀ ਜਾਊ। ਆਵਾਜ਼ ਮਾਰ ਲਿਓ। ਰੌਲਾ ਪੈ ਗਿਆ, ਮੱਚੀ ਦੁਹਾਈ, ਸਾਰੇ ਇਕੱਠੇ ਹੋ ਗਏ ਬੇਸ਼ੁਮਾਰ ਲੋਕੀ। ਮੇਲਾ ਲੱਗਿਆ ਨਦੀ ਦੇ ਕੰਢਿਆਂ ਤੇ, ਆਏ ਦੂਰੋਂ ਤੋਂ ਕਈ ਹਜ਼ਾਰ ਲੋਕੀ। ਪਹਿਲਾਂ ਬ੍ਰਾਹਮਣਾਂ ਬੇਨਤੀ ਸ਼ੁਰੂ ਕੀਤੀ। ਲਓ ਜੀ, ਇੱਕ ਪ੍ਰੀਖਿਆ ਹੋਣ ਲੱਗੀ ਹੈ ਭਗਤ ਮਾਲਾ ਦੇ ਅਨੁਸਾਰ, ਇਹ ਸਾਖੀ ਜਿਵੇਂ ਲਿਖੀ ਹੋਈ ਆ ਮੈਂ ਆਪ ਸੰਗਤਾਂ ਨੂੰ ਦੱਸ ਰਿਹਾ। ਸਾਰੇ ਲੋਕੀ ਇਕੱਠੇ ਹੋ ਗਏ ਵੀ ਇਹ ਤੇ ਬਹੁਤ ਅਣਹੋਣੀ ਗੱਲ, ਇਹ ਕਿੱਦਾਂ ਹੋ ਸਕਦਾ ਵਾ, ਅੱਜ ਪ੍ਰੀਖਿਆ ਹੋ ਜਾਣੀ ਆ। ਪਹਿਲਾਂ ਬਾਹਮਣਾ ਬੇਨਤੀ ਸ਼ੁਰੂ ਕੀਤੀ, ਹੱਥ ਜੋੜ ਕੇ ਮਿੰਨਤਾਂ ਪਾਉਣ ਪੰਡਤ, ਰਗੜ ਰਗੜ ਕੇ ਨੱਕਾਂ 'ਚੋਂ ਲਹੂ ਕੱਢੇ, ਕਰਨ ਆਰਤੀ ਧੂਫਾਂ ਤਖਾਉਣ ਪੰਡਤ, ਲੱਡੂ ਪੇਰੇ ਪੇੜੇ ਤੇ ਖੀਰਾਂ ਦੇ ਲਾਉਣ ਲਾਰੇ, ਸੁਖਣਾ ਸੁਖਣ ਸੁਖਣਾ ਗਾਇਤਰੀ ਗਾਉਣ ਪੰਡਤ, ਹੋ ਕੇ ਢਿੱਡ ਪਲੱਕੀ ਡੰਡੌਤ ਕਰਦੇ, ਮਾਰ ਮਾਰ ਆਵਾਜ਼ਾਂ ਬੁਲਾਉਣ ਪੰਡਤ। ਐ ਪਰ ਠਾਕਰ ਨਾ ਟੱਸ ਤੋਂ ਮਸ ਹੋਏ, ਰਹੇ ਚੌਂਕੀਆਂ ਉੱਤੇ ਟਿਕਾਏ ਠਾਕਰ, ਪੇਸ਼ ਗਈ ਨਾ ਜੰਤਰਾਂ ਮੰਤਰਾਂ ਦੀ, ਅਤੇ ਨਦੀ ਤੋਂ ਪਾਰ ਨਾ ਆਏ ਠਾਕਰ। ਉਹ ਪਰਲੇ ਪਾਸੇ ਬੈਠੇ ਰਹੇ। ਜਦੋਂ ਪੰਡਤਾਂ ਨੇ ਕਿਹਾ ਨਾ ਜੀ ਇਹ ਨਹੀਂ ਹੋ ਸਕਦਾ ਜੀ, ਇਹ ਠਾਕਰ ਥੋੜ੍ਹਾ ਨਦੀ ਪਾਰ ਕਰਕੇ ਆਉਂਦੇ ਹੁੰਦੇ ਆ, ਇਹ ਤਾਂ ਪੱਥਰ ਆ ਨਾ ਜੀ, ਇਹ ਨਹੀਂ ਪਾਰ ਕਰਕੇ ਆਉਂਦੇ ਹੁੰਦੇ। ਹੁਣ ਵਾਰੀ ਆ ਗਈ ਬਾਬਾ ਰਵਿਦਾਸ ਜੀ ਦੀ। ਇਸ ਤੋਂ ਬਾਅਦ ਰਵਿਦਾਸ ਦੀ ਆਈ ਵਾਰੀ, ਲੱਗਾ ਕਹਿਣ ਇੱਦਾਂ ਗੌੜੀ ਰਾਗ ਅੰਦਰ, ਸਗਲ ਭਵਨ ਕੇ ਨਾਇਕਾ ਦੇ ਦਰਸ਼ਨ। ਇੱਕ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆ, ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ਼ ਦਿਖਾਏ ਜੀ, ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ। ਸਾਰਾ ਸ਼ਬਦ ਦੀ ਅਰਥ ਕਰਾਂਗਾ, ਜ਼ਿਆਦਾ ਸਮਾਂ ਲੱਗ ਜਾਏਗਾ, ਇੱਦਾਂ ਸ਼ਬਦ ਹੈਗਾ। ਇਸ ਤੋਂ ਬਾਅਦ ਰਵਿਦਾਸ ਦੀ ਆਈ ਵਾਰੀ, ਲੱਗਾ ਕਹਿਣ ਇੱਦਾਂ ਗੌੜੀ ਰਾਗ ਅੰਦਰ, ਸਗਲ ਭਵਨ ਕੇ ਨਾਇਕਾ ਦੇ ਦਰਸ਼ਨ। ਸ਼ਬਦ ਗਾਵਿਆ ਰਵੀ ਵੈਰਾਗ ਅੰਦਰ, ਵੇਖੋ ਭਗਤ ਦੀ ਦਿਲੀ ਅਰਦਾਸ ਸੁਣ ਕੇ, ਕਾਇਨਾਤ ਕੈਸਾ ਕੌਤਕ ਕਰਨ ਲੱਗੀ। ਬੱਤਖ ਵਾਂਗਰਾਂ ਪਾਣੀ ਦੇ ਹੇਕ ਉੱਤੇ, ਸਣੇ ਠਾਕਰਾਂ ਦੇ ਚੌਂਕੀ ਤਰਨ ਲੱਗੀ। ਜਿਵੇਂ ਮੱਕੀ ਦੇ ਮੁਰਮਰੇ ਭੁੱਜਦੇ ਆ, ਬ੍ਰਾਹਮਣ ਭੁੱਜਦੇ ਜਾਣ ਕਰੋਧ ਅੰਦਰ। ਪਾਣੀ ਉੱਤੇ ਮੁਰਗਾਬੀ ਦੇ ਵਾਂਗ ਤਰ ਕੇ, ਠਾਕਰ ਬੈਠ ਗਏ ਭਗਤ ਦੀ ਗੋਦ ਅੰਦਰ। ਨਾਲ ਪ੍ਰੇਮ ਦੇ ਕਿਹਾ ਰਵਿਦਾਸ ਜੀ ਨੇ, ਐਵੇਂ ਪੰਡਤੋਂ ਗੁੱਸੇ ਵਿੱਚ ਆਈਦਾ ਨਹੀਂ, ਕਰੀਏ ਮਾਣ ਨਾ ਉੱਚੀਆਂ ਜਾਤੀਆਂ ਦਾ, ਨੀਵੀਂ ਜਾਤ ਦੇ ਤਾਈਂ ਠੁਕਰਾਈ ਦਾ ਨਹੀਂ।
ਉਦੋਂ ਦਿਲ ਭਗਵਾਨ ਦਾ ਦੁਖੀ ਹੁੰਦਾ। ਜਦੋਂ ਕਿਸੇ ਦਾ ਦਿਲ ਦੁਖਾ ਹੁੰਦਾ, ਇੱਕ ਨੂਰ ਤੋਂ ਉਪਜਿਆ ਜਗ ਸਾਰਾ, ਸ਼ਾਹ ਰਗੋਂ ਵੀ ਨੇੜੇ ਖੁਦਾ ਹੁੰਦਾ। ਇੱਕ ਇੱਕ ਜ਼ਰੇ ਅੰਦਰ ਵਾਸ ਉਹਦਾ, ਬੰਦਾ ਉਸ ਤੋਂ ਆਪ ਜੁਦਾ ਹੁੰਦਾ। ਇਸ ਗੱਲ ਤਾਈਂ ਕਿਹੜਾ ਜਾਣਦਾ ਨਹੀਂ, ਜਿੱਦਾਂ ਕੋਈ ਨਹੀਂ ਜਿਹਦਾ ਕੋਈ ਨਹੀਂ, ਉਹਦਾ ਖੁਦਾ ਹੁੰਦਾ। ਉਹ ਨਹੀਂ ਰੀਝਦਾ ਭਰਵਿਆਂ ਚਿੱਟਿਆਂ 'ਤੇ। ਪੰਡਤੋ ਤੁਸੀਂ ਐਵੇਂ ਲੋਕਾਂ ਨੂੰ ਇਹ ਭਰਮ ਪਾਇਆ ਹੋਇਆ ਵੀ ਅਸੀਂ ਇਸ਼ਨਾਨ ਬੜਾ ਕਰਦੇ ਹਾਂ ਅਤੇ ਅਸੀਂ ਬੜੇ ਚਿੱਟੇ ਕੱਪੜੇ ਪਾਉਂਦੇ ਹਾਂ ਅਤੇ ਬੋਦੀਆਂ ਰੱਖੀਆਂ ਅਤੇ ਅਸੀਂ ਕਈ ਤਰ੍ਹਾਂ ਦੇ ਖਾਣੇ ਖਵਾਉਂਦੇ ਹਾਂ। ਰੱਬ ਇੱਦਾਂ ਨਹੀਂ ਪ੍ਰਸੰਨ ਹੁੰਦਾ। ਉਹ ਨਹੀਂ ਰੀਝਦਾ ਭਗਵਿਆਂ ਚਿੱਟਿਆਂ 'ਤੇ, ਉਹ ਨਹੀਂ ਰੀਝਦਾ ਭੇਸ ਵਟਾਉਣ ਉੱਤੇ, ਉਹ ਨਹੀਂ ਰੀਝਦਾ ਡੱਡੂਆਂ ਵਾਂਗ ਐਵੇਂ ਫਿਰ ਤੀਰਥੀ ਟੁੱਬੀਆਂ ਲਾਉਣ ਉੱਤੇ। ਰੱਬ ਨਹੀਂ ਇੱਦਾਂ ਖੁਸ਼ ਹੁੰਦਾ ਵੀ ਜਾ ਜਾ ਕੇ ਤੀਰਥਾਂ ਦਾ ਇਸ਼ਨਾਨ ਕਰੀ ਜਾਓ। ਜਲ ਕੈ ਮੱਜਣ ਜੇ ਗਤ ਹੋਵੈ, ਨਿਤ ਨਿਤ ਮੇਂਢੁਕ ਨਹਾਵੈ, ਜੈਸੇ ਮੇਂਢੁਕ ਤੈਸੇ ਓਏ ਨਰ, ਫਿਰ ਜੋਨੀ ਆਵੈ। ਉਹ ਨਹੀਂ ਰੀਝਦਾ ਹਲਵਿਆਂ ਪੂੜਿਆਂ 'ਤੇ, ਉਹ ਨਹੀਂ ਰੀਝਦਾ ਭੋਗ ਲਵਾਉਣ ਉੱਤੇ। ਬਾਬਾ ਰਵਿਦਾਸ ਜੀ ਨੇ ਕਿ ਥੋੜ੍ਹੀ ਰੱਬ ਜਿਹੜਾ ਵਾ ਭੋਗ ਲਵਾਉਣ 'ਤੇ ਖੁਸ਼ ਨਹੀਂ ਹੁੰਦਾ। ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹੜੀ ਸਾਡੀ ਸਮਝ 'ਚ ਨਹੀਂ ਆਈਆਂ। ਅਸੀਂ ਅੱਜ ਵੀ ਰੱਬ ਨੂੰ ਭੋਗ ਲਵਾਉਣ ਤੁਰੇ ਹੋਏ ਹਾਂ ਅਤੇ ਭਗਤ ਰਵਿਦਾਸ ਜੀ ਨੇ ਉੱਥੇ ਕਹਿ ਦਿੱਤਾ, ਕਾਂਚੀ ਜੋ ਰੱਬ ਨੂੰ ਭੋਗ ਦੀ ਲੋੜ ਨਹੀਂ ਹੈ। ਜਿਹੜਾ ਰੱਬ ਆ ਨਾ ਪਰਮਾਤਮਾ, ਜਿਹੜੀ ਵੀ ਚੀਜ਼ ਅਸੀਂ ਖਾ ਲੈਂਦੇ ਹਾਂ ਰੱਬ ਹੀ ਤੇ ਖਾ ਲੈਂਦਾ, ਪਰਮਾਤਮਾ ਸਾਡੇ ਅੰਦਰ ਹੀ ਤੇ ਵਸਦਾ। ਇੱਕ ਗੁਰਬਾਣੀ ਵਿੱਚ ਸ਼ਬਦ ਆਉਂਦਾ ਵਾ, ਇਹ ਨਾ ਜਿਹੜੇ ਪੰਡਤ ਲੋਕ ਸੀ ਉਹਨਾਂ ਨੇ ਲੋਕਾਂ ਨੂੰ ਮੂਰਖ ਬਣਾਇਆ ਸੀ ਵੀ ਦੇਵਤੇ ਨੂੰ ਲਵਾਉਣਾ ਵਾ ਭੋਗ, ਤਾਂ ਕਰਕੇ ਤੁਸੀਂ ਨਾ ਭੋਜਨ ਦਾ ਥਾਲ ਤਿਆਰ ਕਰਕੇ ਲਿਆਓ। ਲੋਕਾਂ ਨੇ ਉਹਦੇ ਵਿੱਚ ਖੀਰ, ਕੜਾਹ, ਵਧੀਆ ਵਧੀਆ ਚੀਜ਼ਾਂ ਪਾ ਕੇ ਲਿਆਇਆ ਕਰਨੀਆਂ। ਫਿਰ ਪੰਡਤ ਜੀ ਆ ਪ੍ਰਸ਼ਾਦਾ ਤਿਆਰ ਕਰਕੇ ਲੈ ਆਏ ਆ ਅਤੇ ਭੋਗ ਲਾ ਦਿਓ। ਪੰਡਤ ਨੇ ਫਿਰ ਕੀ ਕਰਨਾ, ਵਿੱਚੋਂ ਥੋੜ੍ਹੀ ਜਿਹੀ ਖੀਰ ਲੈਣੀ। ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ ਗੱਲ। ਜਿਹੜੀ ਵੀ ਤੁਹਾਨੂੰ ਗੱਲ ਸੁਣਾਈ ਜਾਂਦੀ ਤੁਸੀਂ ਪੁੱਛ ਸਕਦੇ ਹੋ ਵੀ ਇਹ ਭਾਈ ਸਾਹਿਬ ਲਿਖਿਆ ਵਾ ਕਿਤੇ। ਉਹ ਬੋਲਣ ਵਾਲਿਆਂ ਦਾ ਫਰਜ਼ ਬਣਦਾ ਉਹ ਦੱਸਣ ਵੀ ਹਾਂ ਫਲਾਨੀ ਥਾਂ 'ਤੇ ਲਿਖਿਆ। ਉਹਨਾਂ ਜੀ ਪੰਡਤ ਨੇ ਵੀ ਥੋੜ੍ਹੀ ਜਿਹੀ ਖੀਰ ਲੈਣੀ, ਕੋਈ ਕੜਾਹ ਲੈਣਾ, ਉਹ ਨਾ ਦੇਵਤੇ ਦੇ ਇਸ ਤਰ੍ਹਾਂ ਮੂੰਹ ਨੂੰ ਲਾ ਦੇਣੀ ਅਤੇ ਲੋਕਾਂ ਵਿਚਾਰਿਆਂ ਨੇ ਮੱਥਾ ਟੇਕੇ ਅਤੇ ਉਹ ਭਾਂਡੇ ਖਾਲੀ ਕਰਾ ਕੇ ਚਲੇ ਜਾਣਾ ਵੀ ਭੋਗ ਲੱਗ ਗਿਆ, ਹੁਣ ਸਾਰਾ ਟੱਬਰ ਘਰ ਜਾ ਕੇ ਭੋਜਨ ਪ੍ਰਸ਼ਾਦਾ ਛਕਾਂਗੇ। ਉਹ ਸਾਰਾ ਭੋਜਨ ਪੰਡਤ ਨੇ ਆਪ ਖਾ ਜਾਣਾ। ਜਦੋਂ ਆਪ ਉਹਨੇ ਖਾ ਜਾਣਾ, ਉਹਨੂੰ ਚੇਤੇ ਆਉਣਾ ਵੀ ਜਿਹੜੀ ਮੂਰਤੀ ਨੂੰ ਉਹਨੂੰ ਚੇਤੇ ਆਉਣਾ ਵੀ ਜਿਹੜੀ ਮੂਰਤੀ ਨੂੰ ਭੋਗ ਲਵਾਇਆ ਵਾ ਉਹਨੂੰ ਕਿਤੇ ਕੀੜੀਆਂ ਹੀ ਨਾ ਚੜ੍ਹ ਜਾਣ। ਉਹਨੇ ਫਿਰ ਇੱਕ ਸਵਾਹ ਲੈਣੀ, ਸਵਾਹ, ਫਿਰ ਉਹ ਦੇਵਤਾ ਜਿਹੜਾ ਮੂਰਤੀ ਸੀ ਉਹਦੇ ਬੁੱਲਾਂ 'ਤੇ ਸਵਾਹ ਮਲ ਦੇਣੀ ਵੀ ਉੱਥੋਂ ਜਿਹੜੀ ਥੰਧਿਆਈ ਹੈ ਖਤਮ ਹੋ ਜੇ। ਜੇ ਉੱਥੇ ਕੜਾਹ ਪ੍ਰਸ਼ਾਦ ਦਾ ਜਿਹੜਾ ਪ੍ਰਸ਼ਾਦ ਦਾ ਥਿੰਦਾ ਲੱਗਾ ਰਹਿ ਗਿਆ, ਉੱਥੇ ਕੀੜੀਆਂ ਚੜ੍ਹ ਸਕਦੀਆਂ ਵਾ। ਗੁਰੂ ਸਾਹਿਬ ਲਿਖਦੇ ਆ, ਭੋਗਣ ਹਾਰੈ ਭੋਗਿਆ, ਖਾਣ ਵਾਲੇ ਨੇ ਖਾ ਲਿਆ, ਇਸ ਮੂਰਤ ਕੈ ਮੁਖ ਛਾਰ। ਮੂਰਤੀ ਦੇ ਮੂੰਹ 'ਚ ਕੀ ਪਿਆ? ਛਾਰ ਦਾ ਮਤਲਬ ਸਵਾਹ, ਮੂਰਤੀ ਨੂੰ ਸਵਾਹ ਮਿਲੀ। ਬਾਬਾ ਰਵਿਦਾਸ ਜੀ ਨੇ ਕਿਹਾ, ਪੰਡਤੋ ਉਹ ਨਹੀਂ ਰੀਝਦਾ ਹਲਵਿਆਂ ਪੂੜਿਆਂ 'ਤੇ, ਉਹ ਨਹੀਂ ਰੀਝਦਾ ਭੋਗ ਲਵਾਉਣ ਉੱਤੇ। ਲੋੜਵੰਦਾਂ ਨੂੰ ਜਦੋਂ ਭੋਜਨ ਛਕਾ ਦਈਏ, ਕਿਸੇ ਭੁੱਖੇ ਨੂੰ ਭੋਜਨ ਛਕਾ ਦਈਏ, ਸਭ ਕੁਝ ਵਿੱਚ ਹੀ ਆ ਜਾਂਦਾ, ਰੱਬ ਨੂੰ ਆਪੇ ਭੋਗ ਲੱਗ ਜਾਂਦਾ। ਅਸੀਂ ਕੌਣ ਹੁੰਦੇ ਹਾਂ ਰੱਬ ਨੂੰ ਭੋਗ ਲਵਾਉਣ ਵਾਲੇ? ਇਹਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਾਖੀਆਂ ਵਾ, ਹੋਰ ਵੀ ਹੈਗੀਆਂ। ਉਹ ਨਹੀਂ ਰੀਝਦਾ ਹਲਵਿਆਂ ਪੂੜਿਆਂ 'ਤੇ, ਉਹ ਨਹੀਂ ਰੀਝਦਾ ਭੋਗ ਲਵਾਉਣ ਉੱਤੇ, ਉਹ ਨਹੀਂ ਰੀਝਦਾ ਉੱਚੀਆਂ ਜਾਤੀਆਂ 'ਤੇ, ਉਹ ਨਹੀਂ ਰੀਝਦਾ ਟੱਲ ਖੜਕਾਉਣ ਉੱਤੇ। ਉਹ ਨਹੀਂ ਵਸਦਾ ਕਿਸੇ ਮਕਾਨ ਅੰਦਰ, ਖਾਲੀ ਉਸ ਤੋਂ ਕੋਈ ਮਕਾਨ ਹੈ ਨਹੀਂ। ਨਾ ਤੇ ਪਰਮਾਤਮਾ ਕਿਸੇ ਇੱਕ ਥਾਂ 'ਤੇ ਵਸਦਾ ਵਾ। ਜਿਹੜਾ ਰੱਬ ਆ ਨਾ, ਕਿਸੇ ਇੱਕ ਮਕਾਨ 'ਚ, ਕਿਸੇ ਮੰਦਰ 'ਚ, ਕਿਸੇ ਗੁਰਦੁਆਰੇ 'ਚ, ਕਿਸੇ ਮਸਜਿਦ 'ਚ ਰੱਬ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਰੱਬ ਦੀ ਕੋਈ ਇੱਕ ਥਾਂ ਨਹੀਂ ਆ। ਰੱਬ ਕੋਈ ਬੰਦਾ ਥੋੜ੍ਹੀ ਆ ਵੀ ਉਹਨੂੰ ਜੇਲ੍ਹ 'ਚ ਕੈਦ ਕਰ ਦਿੱਤਾ ਵੀ ਲਓ ਪਰਮਾਤਮਾ ਜੀ ਤੁਹਾਨੂੰ ਫਲਾਣੇ ਧਾਰਮਿਕ ਸਥਾਨ 'ਤੇ ਇੱਥੇ ਤੁਸੀਂ ਰਿਹਾ ਕਰੋ, ਆਲੇ ਦੁਆਲੇ ਕਰ ਦਿੱਤੀ ਕੰਧ। ਤਾਂ ਹੀ ਕਰਕੇ ਜਿਹੜੇ ਸਾਡੇ ਲੋਕੀ ਆ ਉਹ ਕਹਿੰਦੇ ਨੇ ਨਹੀਂ ਭਾਈ ਆਪਾਂ ਧਰਮਸ਼ਾਲਾ 'ਚ, ਗੁਰਦੁਆਰੇ 'ਚ, ਮੰਦਰ 'ਚ ਆਏ ਆ, ਤਾਂ ਕਰਕੇ ਇੱਥੇ ਕਿਸੇ ਨੂੰ ਗਾਲ ਨਾ ਕੱਢੋ, ਇੱਥੇ ਝੂਠ ਨਾ ਬੋਲੋ, ਆਪਾਂ ਰੱਬ ਦੇ ਘਰ ਆਏ ਆ। ਅਤੇ ਜਦੋਂ ਫਿਰ ਧਾਰਮਿਕ ਸਥਾਨ ਤੋਂ ਬਾਹਰ ਆ ਜਾਂਦੇ ਆ, ਉਹ ਕਹਿੰਦੇ ਵੇਖੋ ਜੀ ਜਿਹੜੀ ਗੱਲ ਕਰਨੀ ਹੋਈ ਆਪਾਂ ਇਹ ਧਾਰਮਿਕ ਸਥਾਨ ਤੋਂ ਬਾਹਰ ਕਰਾਂਗੇ। ਇਹਦਾ ਭਾਵ ਲੋਕੀ ਮੰਨਦੇ ਵੀ ਜਿਹੜਾ ਪਰਮਾਤਮਾ ਇੱਕ ਖਾਸ ਥਾਂ ਦੇ ਉੱਤੇ ਹੁੰਦਾ, ਬਾਹਰ ਨਹੀਂ ਹੁੰਦਾ।
ਜਦ ਕਿ ਜਿਹੜਾ ਪਰਮਾਤਮਾ ਸਾਰੀਆਂ ਥਾਵਾਂ ਤੇ ਰਹਿੰਦਾ ਵਾ, ਉਹ ਨਹੀਂ ਵਸਦਾ ਕਿਸੇ ਮਕਾਨ ਅੰਦਰ। ਖਾਲੀ ਉਸ ਤੋਂ ਕੋਈ ਮਕਾਨ ਹੈ ਨਹੀਂ, ਉਹ ਤੇ ਖੜਾ ਰਹਿੰਦਾ ਚਮਨ ਆਣ ਸਾਵੇਂ, ਵੇਖ ਸਕਦਾ ਆਪ ਇਨਸਾਨ ਹੈ ਨਹੀਂ। ਸਾਡੀ ਆਪਣੀ ਨਜ਼ਰ ਦੇ ਵਿੱਚ ਉਹ ਤਾਕਤ ਨਹੀਂ ਆ। ਹੋ ਜਾਣ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਗਤ ਸਾਹਿਬ ਸਮਝਾਉਂਦੇ ਨੇ, ਸਾਰੀਆਂ